80 ਤੋਂ 90% ਲੋਕਾਂ ਦੇ ਜ਼ੀਰੋ ਬਿਜਲੀ ਬਿੱਲ ਆਏ ਆ। ਪਬਲਿਕ ਵੈਲਫੇਅਰ ਦੀਆਂ ਇਹ ਸਕੀਮਾਂ ਜਿਹੜੀਆਂ ਲੋਕ ਹਿੱਤ ਵਿੱਚ ਮਾਨ ਸਾਹਿਬ ਦੀ ਸਰਕਾਰ ਲੈ ਰਹੀ ਆ, ਉਹਨਾਂ 'ਚ ਵਾਧਾ ਪਾਉਣ ਲਈ, ਰੁਕਾਵਟ ਪਾਉਣ ਲਈ ਭਾਜਪਾ ਦੀ ਮੋਦੀ ਸਰਕਾਰ ਨਵੇਂ ਢੰਗ ਤਰੀਕੇ ਅਪਣਾ ਰਹੀ ਹੈ। ਔਰ ਇਸ ਕੜੀ 'ਚ ਹੀ ਆਪਾਂ ਪਿਛਲੇ ਦਿਨਾਂ 'ਚ ਵੀ ਗੱਲ ਕੀਤੀ ਸੀ ਕਿ ਇੱਕ ਫਰਮਾਨ ਜਾਰੀ ਹੋਇਆ ਕੇਂਦਰ ਸਰਕਾਰ ਵੱਲੋਂ ਕਿ ਜਿਹੜਾ ਈਸਟਰਨ ਪਾਰਟ ਤੋਂ ਕੋਲਾ ਪੰਜਾਬ ਚੋਣਾ ਜਿਹੜਾ ਕਿ ਵਾਇਆ ਰੇਲ ਰੂਟ ਆ ਰਿਹਾ ਸੀ ਹਜੇ ਤੱਕ, ਔਰ ਸਭ ਤੋਂ ਵੱਡੀ ਗੱਲ ਹੋਈ ਕਿ ਪੰਜਾਬ ਸਰਕਾਰ ਨੇ 2015 ਤੋਂ ਬੰਦ ਪਈ ਕੋਲ ਮਾਈਨ ਆਪਣੀ ਜਿਹੜੀ ਉੱਥੇ ਪਛਵਾੜਾ ਕੋਲ ਮਾਈਨ ਵੀ ਸ਼ੁਰੂ ਕਰ ਲਈ, ਜਿਹਦੇ ਨਾਲ 500 ਕਰੋੜ ਰੁਪਇਆ ਸਾਲਾਨਾ ਪੰਜਾਬ ਦੀ ਸਰਕਾਰ ਨੂੰ ਬਚਣਾ ਸੀ। ਜਿਹੜਾ ਮੌਜੂਦਾ ਖਰਚਾ ਹੋ ਰਿਹਾ, ਫਾਇਦਾ ਹੋਣਾ ਸੀ। ਹੁਣ ਕੇਂਦਰ ਸਰਕਾਰ ਕਹਿੰਦੀ ਆ ਵੀ ਈਸਟਰਨ ਪਾਰਟ ਤੋਂ ਜਿਹੜਾ ਕੋਲਾ ਤੁਸੀਂ ਲੈ ਕੇ ਆਉਣਾ ਪੰਜਾਬ 'ਚ, ਉਹ ਵਾਇਆ ਰੇਲ ਰੂਟ ਨਹੀਂ ਆਉਂਗੇ, ਉਹ ਤੁਸੀਂ RSR ਰੇਲਵੇ ਸ਼ਿਪ ਰੇਲ ਮਾਡਲ ਦੇ ਰਾਹੀਂ, ਯਾਨੀ ਕਿ ਈਸਟਰਨ ਪਾਰਟ ਤੋਂ ਪਹਿਲਾਂ ਜਾਊਗਾ ਸ਼੍ਰੀਲੰਕਾ, ਮੇਰੇ ਕੋਲ ਮੈਪ ਵੀ ਹੈ, ਛੱਤੀਸਗੜ੍ਹ ਉੜੀਸਾ ਤੋਂ ਪਹਿਲਾਂ ਸ਼੍ਰੀਲੰਕਾ ਜਾਊਗਾ, ਪਹਿਲਾਂ ਤੇ ਉੱਥੋਂ ਰੇਲ ਦੁਆਰਾ ਪੋਰਟ ਤੇ ਜਾਊਗਾ, ਸ਼ਿਪ ਦੁਆਰਾ ਵਾਇਆ ਸ਼੍ਰੀਲੰਕਾ ਹੁੰਦਾ ਹੋਇਆ ਗੁਜਰਾਤ ਦੇ ਮੁਦਰਾ ਪੋਰਟ ਤੇ, ਮੁਦਰਾ, ਇਹ ਮੈਂ ਖਾਸ ਕਰ ਇਹਨੂੰ ਫੋਕਸ ਕਰ ਰਿਹਾ, ਮੁਦਰਾ ਪੋਰਟ ਤੇ ਉਤਾਰੋ। ਮੁਦਰਾ ਪੋਰਟ ਤੋਂ ਤਕਰੀਬਨ 2 ਤੋਂ 3000 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਵਾਇਆ ਰੇਲ ਫਿਰ ਤੁਸੀਂ ਪੰਜਾਬ ਲੈ ਕੇ ਆਓ। ਹੁਣ ਇਹਦੇ 'ਚ ਇੱਕ ਬੜੀ ਇੰਟਰਸਟਿੰਗ ਗੱਲ ਹੈ, ਇੱਕ ਤੇ ਪੰਜਾਬ ਨੂੰ 3 ਗੁਣਾ ਵੱਧ ਕੀਮਤ ਜਿਹੜੀ ਆ ਭਾੜੇ ਦੇ ਰੂਪ 'ਚ, ਕਿਰਾਏ ਦੇ ਰੂਪ 'ਚ ਅਦਾ ਕਰਨੀ ਪਊਗੀ। ਦੂਜਾ, ਲੋਕ ਜਾਣ ਖਸਮਾਂ ਨੂੰ ਖਾਣ। ਮੁਦਰਾ ਪੋਰਟ ਹੈ ਜਿਹੜਾ ਅਡਾਨੀ ਸਾਹਿਬ, ਮੋਦੀ ਸਾਹਿਬ ਦੇ ਖਾਸ ਦੋਸਤ ਆ, ਔਰ ਇਹ ਖਾਸ ਗੱਲ ਹੈ, ਇਹ ਸਿਰਫ ਤੇ ਸਿਰਫ ਅਡਾਨੀ ਸਾਹਿਬ ਦੇ ਇੰਟਰਸਟ ਪ੍ਰੋਟੈਕਟ ਕਰਨ ਵਾਸਤੇ ਪੰਜਾਬ ਦੇ ਔਰ ਦੇਸ਼ ਦੇ ਲੋਕਾਂ ਤੇ ਬਰਡਨ ਪਾਇਆ ਜਾ ਰਿਹਾ, ਜਿਹੜੇ ਈਸਟਰਨ ਔਰ ਨਾਰਦਰਨ ਏਰੀਏ 'ਚ ਰਹਿੰਦੇ ਆ, ਵੈਸਟਰਨ ਔਰ ਨਾਰਦਰਨ ਏਰੀਏ 'ਚ। ਔਰ ਲੋਕਾਂ ਨੂੰ, ਕਿਉਂਕਿ ਅਲਟੀਮੇਟਲੀ ਸਰਕਾਰ ਨੇ ਤੇ ਜਿਹੜਾ ਇਨਕਮ ਹੈ, ਆਮਦਨ ਹੈ, ਉਹ ਲੋਕਾਂ ਦੇ ਰਾਹੀਂ ਹੋਣੀ ਹੈ। ਮਤਲਬ ਇਹ ਏਡੀ ਵੱਡੀ ਕੰਡੀਸ਼ਨ ਲਾਤੀ ਆ ਜਿਹਦੇ ਨਾਲ 3 ਗੁਣਾ ਸਾਨੂੰ ਵੱਧ ਕੀਮਤ ਅਦਾ ਕਰਨੀ ਪਊਗੀ। ਔਰ ਇਹ ਡਿਕਟੇਟੋਰੀਅਲ ਜਿਹੜਾ ਫਰਮਾਨ ਹੈ, ਆਮ ਆਦਮੀ ਪਾਰਟੀ ਦਾ ਵਿਰੋਧ ਕਰਦੀ ਹੈ। ਇਹ ਮੋਦੀ ਸਾਹਿਬ ਭਾਜਪਾ ਦੀ ਅਸਲੀਅਤ ਜਿਹੜੀ ਆ ਕਿ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਨੂੰ ਕਿਤਨਾ ਪ੍ਰੋਟੈਕਟ ਕਰਨਾ ਹੈ ਔਰ ਆਮ ਲੋਕਾਂ ਨੂੰ ਔਰ ਉਹਨਾਂ ਦੀ ਜ਼ਿੰਦਗੀ ਤੇ ਬਰਡਨ ਪਾਉਣਾ, ਉਹਦਾ ਇੱਕ ਤਾਜ਼ਾ ਉਦਾਹਰਣ ਇਹਨੂੰ ਆਪਾਂ ਕਹਿ ਸਕਦੇ ਹਾਂ, ਨਵਾਂ ਐਗਜ਼ਾਮਪਲ ਹੈ। ਪਹਿਲਾਂ ਹੀ ਆਪਾਂ ਦੇਖਿਆ ਨੋਟਬੰਦੀ ਔਰ ਬਾਕੀ ਸਾਰੀਆਂ ਚੀਜ਼ਾਂ ਨਾਲ ਕਿਸ ਤਰੀਕੇ ਨਾਲ ਕਚੂਮਰ ਕੱਢਿਆ ਲੋਕਾਂ ਦਾ। ਔਰ ਇਹ ਚਿੱਠੀ ਜਿਹੜੀ ਹੈ, ਮੈਂ ਤੁਹਾਡੇ ਕੈਮਰੇ ਦੇ ਰਾਹੀਂ ਇਹ ਪੰਜਾਬ ਸਰਕਾਰ ਨੂੰ, ਜੁਆਇੰਟ ਸੈਕਟਰੀ ਜਿਹੜੇ ਹੈਗੇ ਆ ਭਾਰਤ ਸਰਕਾਰ ਦੇ, ਮਿਨਿਸਟਰੀ ਆਫ ਪਾਵਰ, ਉਹਨਾਂ ਵੱਲੋਂ ਪਿਛਲੇ ਦਿਨਾਂ 'ਚ ਆਈ ਹੈ। ਅਸੀਂ ਤੁਹਾਡੇ ਰਾਹੀਂ ਮੋਦੀ ਸਾਹਿਬ ਦੀ ਸਰਕਾਰ ਨੂੰ, ਕੇਂਦਰ ਸਰਕਾਰ ਨੂੰ ਇਹ ਅਪੀਲ ਕਰਦੇ ਆ ਕਿ ਇਹ ਜਿਹੜਾ ਤੁਹਾਡਾ ਫਰਮਾਨ ਹੈ, ਇਹਨੂੰ ਇਮੀਡੀਏਟਲੀ ਵਾਪਸ ਲਓ। ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਪਬਲਿਕ ਵੈਲਫੇਅਰ ਸਕੀਮਸ ਲਾਗੂ ਕਰਕੇ ਲੋਕਾਂ ਨੂੰ ਇਕਨੋਮਿਕ ਬਰਡਨ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ, ਔਰ ਇਹ ਜ਼ਿੰਮੇਵਾਰ ਸਟੇਟ ਦਾ, ਇੱਕ ਕਿਸੇ ਰਿਸਪੌਂਸਿਬਲ ਸਟੇਟ ਦੀ ਪਹਿਲ ਦੇ ਆਧਾਰ ਤੇ ਜ਼ਿੰਮੇਵਾਰੀ ਬਣਦੀ ਹੈ, ਪ੍ਰਾਇੋਰਿਟੀ ਬਣਦੀ ਹੈ। ਆਮ ਆਦਮੀ ਪਾਰਟੀ ਪ੍ਰੋ ਪੀਪਲ ਫੈਸਲੇ ਜਿਹੜੇ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਹੈ, ਸਿਧਾਂਤ ਹੈ, ਉਹਦੇ ਤੇ ਕੰਮ ਕਰਦੀ ਆ। ਲੇਕਿਨ ਕਿਸ ਤਰੀਕੇ ਨਾਲ ਸਾਡੀ ਸਰਕਾਰ ਦੀ ਲੋਕ ਵੈਲਫੇਅਰ ਸਕੀਮਾਂ 'ਚ ਵਾਧਾ ਪਾਉਣੀ ਆ,
ਇਹਦਾ ਉਦਾਹਰਣ ਭਾਜਪਾ ਵੱਲੋਂ ਦਿੱਤਾ ਗਿਆ ਹੈ ਔਰ ਅਸੀਂ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਰਾਹੀਂ ਜ਼ਰੂਰ ਦੱਸਾਂਗੇ ਕਿ ਪੰਜਾਬ ਦੇ ਲੋਕਾਂ ਨੂੰ ਸੱਚਾਈ ਜ਼ਰੂਰ ਜਾਣਨੀ ਚਾਹੀਦੀ ਆ ਕਿ ਯੇਨ ਕੇਨ ਪ੍ਰਤਕੇਨ ਜਿਸ ਤਰ੍ਹਾਂ ਉਹ ਕਹਿੰਦੇ ਹੁੰਦੇ ਹਿੰਦੀ ਚ ਕਿ ਹਰ ਇੱਕ ਹੀਲਾ ਵਸੀਲੇ ਨਾਲ ਸਰਕਾਰ ਦੀ ਪ੍ਰੋ ਪੀਪਲ ਪਾਲਿਸੀ ਚ ਵਾਧਾ ਪਾਈ ਜਾ ਰਹੀ ਹੈ ਕਿ ਇਹ ਇੰਪਲੀਮੈਂਟ ਨਾ ਹੋ ਜੇ, ਫਾਇਦਾ ਨਾ ਹੋ ਜੇ ਲੋਕਾਂ ਨੂੰ। ਔਰ ਅਗਰ ਅੜਚਨ ਵੀ ਪਾਈ ਆ ਉਹਦੇ ਚ ਵੀ ਫਾਇਦਾ ਕਿਤੇ ਨਾ ਕਿਤੇ ਅਡਾਨੀ ਸਾਹਿਬ ਦਾ ਦੇਖਿਆ ਗਿਆ, ਲੋਕਾਂ ਦਾ ਨਹੀਂ ਦੇਖਿਆ ਗਿਆ। ਦੇਖੋ ਕਿੱਡਾ ਇੱਕ 2000 ਕਿਲੋਮੀਟਰ ਰੇਲਵੇ ਰੂਟ ਹੈ ਸਿੱਧਾ ਸਾਡਾ, 2000 ਵੀ ਪੂਰਾ ਨਹੀਂ ਹੋਣਾ। ਦੂਜਾ ਤੁਸੀਂ ਹਜ਼ਾਰਾਂ ਕਿਲੋਮੀਟਰ ਵਾਇਆ ਪੋਰਟ ਔਰ ਫਿਰ ਰੇਲਵੇ ਦੇ ਰਾਹੀਂ ਲੋਡ ਕਰਨਾ ਫਿਰ ਅਨਲੋਡ ਕਰਨਾ ਤੇ ਪੰਜਾਬ ਪਹੁੰਚਾਉਣਾ, ਇਹ ਆਪਣੇ ਆਪ ਚ ਬਹੁਤ ਐਂਟੀ ਪੀਪਲ ਫੈਸਲਾ ਹੈ। ਔਰ ਅਸੀਂ ਭਾਜਪਾ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਹਨੂੰ ਇਮੀਡੀਏਟਲੀ ਵਾਪਸ ਲਵੇ ਔਰ ਪੰਜਾਬ ਦੇ ਲੋਕ ਇਹਨਾਂ ਦੀਆਂ ਪਾਲਿਸੀ ਜਿਹੜੀਆਂ ਇਹਨਾਂ ਦੀਆਂ ਨੀਤੀਆਂ ਔਰ ਤੋਂ ਜ਼ਰੂਰ ਜਾਗਰੂਕ ਹੋਣ। ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਰ ਸਕਦੇ ਹੋ। ਨਹੀਂ, ਉਹ ਮਾਡਲ ਹੈ RSR, ਇਹਦੇ ਚ ਮੈਂਸ਼ਨ ਹੈ ਰੇਲਵੇ ਸ਼ਿਪ ਰੇਲਵੇ, ਯਾਨੀ ਕਿ ਰੇਲਵੇ ਤੋਂ ਚੱਕ ਕੇ ਪਹਿਲਾਂ ਜਿਹੜੀ ਕੋਲ ਮਾਈਨ ਤੋਂ ਚੱਕ ਕੇ ਪੋਰਟ ਤੇ ਜਾਊਗਾ ਈਸਟਰਨ ਪੋਰਟ ਤੇ, ਉੱਥੋਂ ਵਾਇਆ ਸ਼ਿਪ ਸ਼੍ਰੀਲੰਕਾ ਹੁੰਦਾ ਹੋਇਆ, ਆ ਮੈਪ ਵੀ ਹੈ, ਹੁੰਦਾ ਹੋਇਆ ਇਹ ਮੁਦਰਾ ਪੋਰਟ ਜਿਹੜਾ ਅਡਾਨੀ ਸਾਹਿਬ ਦਾ, ਮੋਦੀ ਸਾਹਿਬ ਦੇ ਖਾਸ ਦੋਸਤ ਦਾ, ਵੈਸਟਰਨ ਕੰਟਰੀ ਜਿਹੜਾ ਵੈਸਟਰਨ ਦੇਸ਼ ਦੇ ਵੈਸਟਰਨ ਹਿੱਸੇ ਚ, ਪੱਛਮੀ ਹਿੱਸੇ ਚ, ਗੁਜਰਾਤ ਚ, ਉੱਥੇ ਪਹੁੰਚੂਗਾ। ਉੱਥੋਂ ਫਿਰ ਰੇਲਵੇ ਅਨਲੋਡ ਕਰੋ ਫਿਰ ਲੋਡ ਕਰੋ ਰੇਲਵੇ ਦੇ ਰਾਹੀਂ ਪੰਜਾਬ ਲੈ ਕੇ ਆਓ। ਯਾਨੀ ਕਿ ਕਿੰਨਾ ਕੰਪਲਿਕੇਟਡ ਕੀਤਾ ਗਿਆ, ਬਣਾਇਆ ਗਿਆ। ਉਸ ਦੇ ਪਿੱਛੇ ਕਾਰਨ ਕੀ ਦਿੱਤਾ ਗਿਆ ਤੁਹਾਨੂੰ? ਮੈਂ ਤਾਂ ਕਾਰਨ ਦੱਸਿਆ, ਕਿਤੇ ਨਾ ਕਿਤੇ ਇੱਕ ਤੇ ਕਿ ਪੰਜਾਬ ਸਰਕਾਰ ਔਰ ਆਮ ਆਦਮੀ ਪਾਰਟੀ ਸਰਕਾਰ ਲਗਾਤਾਰ ਇਹੋ ਜਿਹੇ ਫੈਸਲੇ ਲੈ ਰਹੀ ਹੈ ਜਿਨ੍ਹਾਂ ਨਾਲ ਆਮ ਗਰੀਬ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ ਹੈ। ਐਰਕੀ ਦੀ 4-4 5-5 ਹਜ਼ਾਰ ਐਵਰੀ ਮੰਥ ਉਹਨਾਂ ਨੂੰ ਫਾਇਦਾ ਹੋਇਆ ਜਿਹੜਾ ਬਿਜਲੀ ਦਾ ਬਿੱਲ ਜ਼ੀਰੋ ਆਇਆ। ਦੂਜਾ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਕਾਰਪੋਰੇਟ, ਯਾਨੀ ਕਿ ਕਿਉਂਕਿ ਉਹ ਪੋਰਟ ਜਿਹੜਾ ਹੈ ਮੁਦਰਾ ਪੋਰਟ ਸਾਰੇ ਆਪਾਂ ਜਾਣਦੇ ਆ ਉਹ ਅਡਾਨੀ ਸਾਹਿਬ ਦਾ। ਕਾਂਗ ਸਾਹਿਬ ਇਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਕੇਂਦਰ ਨਾਲ ਗੱਲ ਕਰ ਚੁੱਕੇ ਸੀਗੇ, ਕੇਂਦਰ ਨਾਲ ਇਹ ਮਸਲਾ ਚੁੱਕਿਆ ਵੀ ਸੀਗਾ, ਲੇਕਿਨ ਕੋਈ ਆਲਰੇਡੀ ਅਸੀਂ ਟੇਕਅਪ ਕੀਤਾ ਹੈ। ਪਰ ਹੁਣ ਜਦੋਂ ਸੈਸ਼ਨ ਚੱਲ ਰਿਹਾ ਹੈ ਤੇ ਜ਼ਰੂਰ ਸਰਕਾਰ ਇਹਦੇ 'ਚ ਇਸ ਚੀਜ਼ ਨੂੰ, ਇਸ ਜਿਹੜਾ ਡਿਕਟੋਰੀਅਲ ਫਰਮਾਨ ਹੈ ਉਹਨੂੰ ਵਾਪਸ ਲਵੇ। ਅਸੀਂ ਤੇ ਇਹ ਕਹਿਣਾ ਸਾਡੇ ਮੈਂਬਰ ਪਾਰਲੀਮੈਂਟ ਵੀ ਟੇਕਅਪ ਕਰਨਗੇ। ਦੂਸਰਾ ਇਹ ਵੀ ਹੈ ਕਿ ਪ੍ਰੀਪੇਡ ਮੀਟਰ ਜਿਹੜੇ ਆ ਸਾਰੇ ਸਰਕਾਰੀ ਦਫ਼ਤਰ 53000 ਉਸ ਦੇ ਲਗਾਉਣ ਦੀ ਵਜ੍ਹਾ ਕੀ ਹੈ, ਕਿਉਂ? ਦੇਖੋ ਪ੍ਰੀਪੇਡ ਮੀਟਰਾਂ ਦੀ ਜਿਹੜੀ ਕੰਡੀਸ਼ਨ ਹੈ ਇਹ ਵੀ ਭਾਰਤ ਸਰਕਾਰ ਦੀ ਕੰਡੀਸ਼ਨ ਹੈ ਕਿ ਤੁਹਾਡੀ ਗ੍ਰਾਂਟ ਤਾਂ ਰਿਲੀਜ਼ ਕਰਾਂਗੇ ਪ੍ਰੀਪੇਡ ਮੀਟਰਸ ਨੂੰ ਜਿਹੜਾ ਤੁਸੀਂ ਇੰਪਲੀਮੈਂਟ ਕਰੋ। ਉਹ ਇਸ ਕਰਕੇ ਸਰਕਾਰੀ ਦਫ਼ਤਰਾਂ ਤੇ ਜਿਹੜੇ ਪ੍ਰੀਪੇਡ ਮੀਟਰਾਂ ਦਾ, ਔਰ ਦੂਜਾ ਕਾਰਨ ਇਹ ਆ ਵੀ ਸਰਕਾਰੀ ਦਫ਼ਤਰਾਂ ਦੇ ਹਜ਼ਾਰਾਂ ਲੱਖਾਂ ਰੁਪਇਆਂ ਦੇ ਬਿੱਲ ਜਿਹੜੇ ਆ, ਚਾਹੇ ਉਹ ਪੁਲਿਸ ਸਟੇਸ਼ਨ ਹੋਣ, ਆਪਣੇ ਡਿਸਟ੍ਰਿਕਟ ਕੰਪਲੈਕਸ ਹੋਣ, ਕਿਉਂਕਿ ਪਰਵਾਹ ਹੀ ਨਹੀਂ ਕੀਤੀ ਗਈ ਔਰ ਸਰਕਾਰ ਇਸ ਕਰਕੇ ਉਹਨਾਂ ਤੇ ਲਗਾਉਣ ਜਾ ਰਹੀ ਹੈ। ਇਹਦੇ ਪਿੱਛੇ ਇਹੀ ਮਕਸਦ ਹੈ ਕਿ ਜਾਂ ਤਾਂ ਤੁਹਾਡਾ ਜਾਂ ਤੁਸੀਂ ਇਹਨੂੰ ਇੰਪਲੀਮੈਂਟ ਕਰੋ, ਭਾਰਤ ਸਰਕਾਰ ਵੱਲੋਂ ਕਿਹਾ ਗਿਆ, ਜਾਂ ਅਸੀਂ ਤੁਹਾਡੀ ਗ੍ਰਾਂਟ ਰੋਕਾਂਗੇ। ਪਰ ਇਹਦੇ ਵਿੱਚ ਲਗਾਤਾਰ ਇਸ ਮੀਟਰਾਂ ਦਾ ਪੁਰਾਣੇ ਸਮੇਂ ਦੇ ਵਿੱਚ ਵਿਰੋਧ ਵੀ ਹੁੰਦਾ ਰਿਹਾ, ਪਰ ਸਰਕਾਰੀ ਦਫ਼ਤਰਾਂ ਤੋਂ ਬਾਅਦ ਕੀ ਫਿਰ ਆਮ ਤਰ੍ਹਾਂ ਦੇਖਦੇ ਆ ਜੀ। ਹਜੇ ਅੱਜ ਦੇਖੋ ਗੱਲ ਇਹ ਆ, ਜਿਸ ਤਰੀਕੇ ਨਾਲ ਇਕਨੋਮਿਕ ਢਾਂਚਾ ਸੈਂਟਰਲਾਈਜ਼ ਹੁੰਦਾ ਜਾ ਰਿਹਾ ਦੇਸ਼ ਦਾ, ਔਰ ਆਪਾਂ ਦੇਖ ਰਹੇ ਹਾਂ ਖਾਸ ਕਰ ਉਹ 'ਚ ਤੇਜ਼ੀ ਆਈ ਹੈ 14 ਤੋਂ ਬਾਅਦ, ਕਾਂਗਰਸ ਦੇ ਟਾਈਮ ਵੀ ਹੁੰਦਾ, ਉਹਦੇ ਨਾਲ ਸੂਬੇ ਦੀਆਂ ਤਾਕਤਾਂ ਤੇ ਬਹੁਤ ਅੰਕੁਸ਼ ਲੱਗ ਰਿਹਾ ਹੈ ਔਰ ਮਨਮਰਜ਼ੀਆਂ ਜਿਹੜੀਆਂ ਕੇਂਦਰ ਦੀਆਂ ਵੱਧ ਰਹੀਆਂ। ਉਸ ਕੜੀ 'ਚ ਹੀ ਇਹ ਫਰਮਾਨ ਹੈ। ਅਸੀਂ ਡੈਫੀਨੇਟਲੀ ਅਸੀਂ ਵੀ ਔਰ ਕਿਸਾਨ ਇਸ ਚੀਜ਼ ਦਾ ਵਿਰੋਧ ਕਰਦੇ ਆ, ਪਹਿਲਾਂ ਵੀ ਕਰਦੇ ਰਹੇ, ਹੁਣ ਵੀ ਕਰਦੇ ਹਾਂ। ਪਰ ਜਿੱਥੇ ਜੇ 2600 ਕਰੋੜ ਰੁਪਇਆ ਪੈਂਡਿੰਗ ਹੈ ਡਿਪਾਰਟਮੈਂਟ ਦਾ, ਹੁਣ ਪ੍ਰੀਪੇਡ ਮੀਟਰ ਦੇ ਨਾਲ ਇਹੀ ਇੱਕ ਵੱਡਾ ਦਬਾਅ ਬਣ ਰਿਹਾ ਸੀਗਾ ਕਿ ਜਿਹੜਾ ਇਹ ਫੰਡ ਹੈ ਇਹ ਦੁਬਾਰਾ ਤੋਂ ਇਕੱਠਾ ਨਾ ਹੋਵੇ। ਦੇਖੋ ਉਹ ਤੇ ਮੈਨੂੰ ਲੱਗਦਾ ਜਿਹੜੇ ਸਰਕਾਰੀ ਬਿੱਲ ਪੈਂਡਿੰਗ ਹੈ ਸਰਕਾਰੀ ਦਫ਼ਤਰਾਂ ਦੇ, ਉਹ ਕਿਤੇ ਨਾ ਕਿਤੇ ਮਿਸਮੈਨੇਜਮੈਂਟ ਰਹੀ ਆ, ਲਾਪਰਵਾਹੀ ਰਹੀ ਆ, ਜਵਾਬਦੇਹੀ ਨਹੀਂ ਬਣਾਈ ਗਈ। ਕਿਉਂਕਿ ਸਰਕਾਰ ਜਦੋਂ ਕੋਈ ਅਦਾਰਾ ਸਥਾਪਿਤ ਕੀਤਾ ਜਾਂਦਾ ਉਹਦੀ ਇਨਕਮ ਦੇ ਪ੍ਰੋਵੀਜ਼ਨ ਵੀ ਬਣਾਏ ਜਾਂਦੇ ਆ ਔਰ ਇਹ ਮਤਲਬ ਮਨ ਮਰਜ਼ੀਆਂ ਚੱਲ ਰਹੀਆਂ ਸੀ, ਉਹ ਇਹ ਵੀ ਨਹੀਂ ਚੱਲਣੀਆਂ ਚਾਹੀਦੀਆਂ। ਇਹ ਇਕੱਲੇ ਸਰਕਾਰੀ ਦਫ਼ਤਰਾਂ 'ਚ ਹੀ ਰਹਿਣਗੇ ਜਾਂ ਆਉਣ ਵਾਲੇ ਦਿਨਾਂ ਵਿੱਚ ਸਰਕਾਰੀ ਦਫ਼ਤਰਾਂ 'ਚ ਬਾਕੀ ਥਾਵਾਂ ਤੇ ਹਜੇ ਤੇ ਉਹਦੇ ਬਾਰੇ ਕੋਈ ਵਿਚਾਰ ਨਹੀਂ ਗਾ ਸਰਕਾਰ ਜਿਹੜਾ ਦਾ। ਬਕਾਇਆ ਪਿਆ ਹੋਇਆ ਸਰਕਾਰੀ ਦਫ਼ਤਰਾਂ ਦਾ ਉਹ ਵਸੂਲਿਆ ਜਾਏਗਾ। ਦੇਖੋ ਸਰਕਾਰ ਬਕਾਏ ਵਾਸਤੇ ਵੀ ਇੱਕ ਪ੍ਰੋਪੋਗੰਡਾ ਕੀਤਾ ਜਾ ਰਿਹਾ, ਕੁਛ ਤੇ ਜੈਨੂਨ ਹੈ। ਜਿਹੜਾ ਇੱਕ PSPCL ਵੱਲ ਬਕਾਇਆ ਦਿਖਾਇਆ ਜਾ ਰਿਹਾ ਉਹ ਵੀ ਪ੍ਰੋਪੋਗੰਡਾ ਆ। ਐਕਚੁਅਲ 'ਚ ਪੈਸਾ ਤੇ ਪਿਛਲੀਆਂ ਸਰਕਾਰਾਂ ਦੇ ਟਾਈਮ ਦਾ ਬਹੁਤ ਬਕਾਇਆ ਔਰ ਇਹਦੇ 'ਚ ਡਿਟੇਲ 'ਚ ਇੱਕ ਦੋ ਦਿਨਾਂ 'ਚ
ਮਾਨਯੋਗ ਮੰਤਰੀ ਸਾਹਿਬ ਤੁਹਾਡੇ ਸਾਹਮਣੇ ਸਟੇਟਮੈਂਟ ਰੱਖਣਗੇ ਡਾਟਾ ਲੈ ਕੇ। ਚਿੱਠੀ ਲਿਖੀ ਹੈ ਕਿ ਸਾਡੀਆਂ ਤਨਖਾਹਾਂ ਦੇ ਲਈ ਲੋਨ ਦਿੱਤਾ ਜਾ ਰਿਹਾ ਹੈ, ਪੀਐਸਪੀਸੀਐਲ ਕਾਫੀ ਖਬਰ ਦੇਖੋ ਲੋਨ ਤੇ ਇੱਕ ਰੈਗੂਲਰ ਪ੍ਰਕਿਰਿਆ ਬਣ ਗਈ ਆ, ਕਿਉਂਕਿ ਪੰਜਾਬ ਸਰਕਾਰ ਤੇ ਜਿਹੜਾ ਕਰਜ਼ੇ ਦਾ ਬੋਝ ਇੰਨਾ ਵੱਡਾ ਬਣ ਗਿਆ ਹੈ ਪਿਛਲੇ 15-20 ਸਾਲਾਂ 'ਚ, ਤੇ ਸੁਭਾਵਿਕ ਤੌਰ ਤੇ ਆ ਜਿਹੜੀ ਇਨਕਮ ਹੈ ਉਹ ਦੇਖੀ ਨਹੀਂ ਗਈ, ਜਾਂ ਜਿਹੜੀ ਇਨਕਮ ਹੈ ਉਹ ਸਰਕਾਰੀ ਖਜ਼ਾਨੇ 'ਚ ਆਉਣ ਦੀ ਬਜਾਏ ਪ੍ਰਾਈਵੇਟ ਜੇਬਾਂ 'ਚ ਗਈ ਆ। ਟਰਾਂਸਪੇਰੈਂਸੀ ਨਹੀਂ ਰਹੀ, ਉਹ 'ਚ ਇਮਾਨਦਾਰੀ ਨਹੀਂ ਰਹੀ। ਅਸੀਂ ਉਹਨੂੰ ਸਟ੍ਰੀਮਲਾਈਨ ਕਰ ਰਹੇ ਹਾਂ, ਡੈਫੀਨੇਟਲੀ ਟਰਾਂਸਪੇਰੈਂਟ ਵੀ ਕਰ ਰਹੇ ਹਾਂ ਆਉਣ ਵਾਲੇ ਟਾਈਮ 'ਚ, ਔਰ ਜਿਹੜਾ ਇਹ ਬਕਾਇਆ ਉਹਦੇ 'ਚੋਂ ਬਹੁਤ ਸਾਰਾ ਪੈਸਾ ਮਾਨ ਸਾਹਿਬ ਦੀ ਸਰਕਾਰ ਨੇ ਆ ਕੇ ਲਾਇਆ ਵੀ ਹੈ ਕਰਜ਼ਾ। ਲੇਕਿਨ ਇਹਦੇ ਬਾਰੇ ਮੈਂ ਹਜੇ ਫੇਰ ਕਹਿ ਰਿਹਾ ਤੁਹਾਨੂੰ, ਇੱਕ ਅੱਧੇ ਦਿਨ 'ਚ ਬਿਜਲੀ ਮੰਤਰੀ ਹੀ ਸਟੇਟਮੈਂਟ ਦੇਣਗੇ। ਜ਼ਿਕਰ ਕੀਤਾ, ਉਹਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਜੇਕਰ ਪੈਸੇ ਖਤਮ ਤਾਂ ਬਿਜਲੀ ਖਤਮ। ਬਹੁਤ ਸਾਰੇ ਡਿਪਾਰਟਮੈਂਟ ਇਦਾਂ ਦੇ ਜਿਨ੍ਹਾਂ ਦਾ ਡਾਇਰੈਕਟ ਕੰਸਰਨ ਹੈ, ਚਾਹੇ ਉਹਨਾਂ ਦੇ ਵਿੱਚ ਹੈਲਥ ਡਿਪਾਰਟਮੈਂਟ ਕਹਿ ਲਈਏ, ਐਜੂਕੇਸ਼ਨ ਡਿਪਾਰਟਮੈਂਟ ਕਹਿ ਲਈਏ, ਤਾਂ ਉਹਨਾਂ ਦੇ ਲਈ ਕੋਈ ਰਣਨੀਤੀ ਤਿਆਰ ਕੀਤੀ ਕਿ ਕੱਲ੍ਹ ਨੂੰ ਹਸਪਤਾਲ ਦੀ ਲਾਈਟ ਉੱਡ ਜੇ। ਦੇਖੋ ਇੱਕ ਗੱਲ ਬੜੀ ਸਪਸ਼ਟ ਹੈ, ਬਿਲਕੁਲ ਤੁਹਾਡਾ ਵਾਜਿਬ ਸਵਾਲ ਹੈ। ਇਮਰਜੈਂਸੀ ਸੇਵਾਵਾਂ 'ਚ ਕਿਸੇ ਤਰ੍ਹਾਂ ਦੀ ਕੋਈ ਵਾਧਾ ਨਹੀਂ ਹੋਣ ਦਿੱਤੀ ਜਾਊਗੀ, ਲੇਕਿਨ ਜਵਾਬਦੇਹੀ ਤੈਅ ਕੀਤੀ ਜ਼ਰੂਰ ਜਾਊਗੀ ਭਵਿੱਖ 'ਚ। ਦੇਖੋ ਜੋ ਹੋ ਗਿਆ ਹੋਇਆ ਸਾਰਾ ਕੁਛ ਹੈ, ਸਾਰਿਆਂ ਨੂੰ ਪਤਾ ਹੈ ਵੀ ਰੇਤ ਵਾਲਾ ਵੀ ਮਸਲਾ, ਹੁਣ ਮੈਂ ਪਰਸੋਂ ਦੱਸਿਆ ਹੀ ਤੁਹਾਨੂੰ, ਸਰਕਾਰ ਦੀ ਕੋਸ਼ਿਸ਼ ਟਰਾਂਸਪੋਰਟ ਵਾਲਾ ਹੀ ਮਸਲਾ ਦੱਸਿਆ ਸੀ, ਪੰਜਾਬ ਟਰਾਂਸਪੋਰਟ ਘਾਟੇ ਤੇ ਪ੍ਰਾਈਵੇਟ ਫਾਇਦੇ 'ਚ, ਯਾਨੀ ਕਿ ਸਾਰਾ ਕੁਛ ਕਲਾਇੰਟੇਜ ਵੀ ਹੈਗੀ ਹੈ, ਪੈਸਾ ਵੀ ਹੈਗਾ। ਅਸੀਂ ਉਹਨੂੰ ਯੂਨੀਫਾਰਮਟੀ ਲਿਆ ਰਹੇ ਹਾਂ, ਉਹਦੇ 'ਚ ਉਹ 'ਚ ਟਰਾਂਸਪੇਰੈਂਸੀ ਲਿਆ ਰਹੇ ਹਾਂ ਔਰ ਸਟ੍ਰੀਮਲਾਈਨ ਕਰ ਰਹੇ ਹਾਂ। ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਜਿਹੜਾ ਪਿੱਛੇ ਚੱਲ ਗਿਆ ਹੁਣ ਉਹ ਅੱਗੇ ਵੀ ਚੱਲੂ, ਉਹ ਨਹੀਂ ਚੱਲੂ। ਇਹਨੂੰ ਲਾਗੂ ਕਰਨਾ ਪੰਜਾਬ ਸਰਕਾਰ ਦੀ ਸੋਚ ਸੀ ਜਾਂ ਕੇਂਦਰ ਦਾ ਦਬਾਅ ਕਹਿ ਸਕਦੇ ਨਹੀਂ, ਜਿਹੜਾ ਤੇ ਪ੍ਰੀਪੇਡ ਮੀਟਰ ਹੈ ਇਹ ਤੇ ਸੈਂਟਰ ਸਰਕਾਰ ਦੀ ਗਾਈਡਲਾਈਨ ਹੈ ਔਰ ਉਹਦੇ 'ਚ ਕੰਡੀਸ਼ਨ ਹੈ, ਔਰ ਇਸ ਕਰਕੇ ਇੱਕ ਸਿਆਸੀ ਵਿਦੇਸ਼ੀ ਕੋਲਾ ਕਿੰਨਾ ਵਿੱਚ ਇਨਕਲੂਡ ਕਰਨ ਲਈ ਕਿਹਾ ਗਿਆ ਸੀ ਫਿਰ? ਇਹ 'ਚ ਵਿਦੇਸ਼ੀ ਕੋਲੇ ਵਾਲੀ ਕੰਡੀਸ਼ਨ ਪਹਿਲਾਂ ਲਾਈ ਸੀ, ਆਪਾਂ ਨੂੰ ਸਾਰਿਆਂ ਨੂੰ ਪਤਾ ਆਸਟ੍ਰੇਲੀਆ 'ਚ ਕਿਹਦੀਆਂ ਮਾਈਨਸ ਹੈ, ਉਹ ਸਾਰੇ ਕਪਲੇ ਔਰ ਸਾਰੀਆਂ ਚੀਜ਼ਾਂ ਇਸ ਟਾਈਮ ਪਾਰਲੀਮੈਂਟ 'ਚ ਆ ਰਹੀਆਂ। ਇਹਨਾਂ ਨੇ ਕਹਿਤਾ ਵੀ ਚਲੋ ਜਿਹੜਾ ਵਿਦੇਸ਼ੀ ਕੋਲ ਦਾ ਜਿਹੜਾ ਕੋਟਾ ਅਗਰ ਉਹ ਤੁਸੀਂ ਪੂਰਾ ਨਹੀਂ ਕਰਦੇ ਤੇ ਆਹ ਕੰਡੀਸ਼ਨ ਲਾ ਦਿਓ, ਕਿਉਂਕਿ ਅਸੀਂ ਆਪਣੀ ਕੋਲ ਮਾਈਨ ਸ਼ੁਰੂ ਕਰ ਲਈ ਸੀ ਅਸੀਂ ਪਛਵਾੜਾ 'ਚ, ਜਦੋਂ ਅਸੀਂ ਉੱਥੋਂ ਰੇਲ ਦੇ ਰੈਕ ਵੀ ਆ ਗਏ, ਆਉਣੇ ਸ਼ੁਰੂ ਹੋ ਗਏ, ਮੁੱਖ ਮੰਤਰੀ ਜੀ ਨੇ ਰਿਸੀਵ ਕੀਤੀ। ਹੁਣ ਇਹ ਕੰਡੀਸ਼ਨ ਲਾ ਦਿਓ ਵੀ ਜੇ ਤੁਸੀਂ ਆਪਣਾ ਹੀ ਡੋਮੈਸਟਿਕ ਯੂਜ਼ ਕਰਨਾ ਆ ਤੇ ਉਹਦੀ ਕੰਡੀਸ਼ਨ ਏਡੀ ਵੱਡੀ ਲਾ ਦਿਓ ਕਿ ਉਹ ਵਿਦੇਸ਼ੀ ਜਿਹੜਾ ਕੋਲਾ ਮੈਨੂੰ ਲੱਗਦਾ ਉਸ ਤੋਂ ਫਿਰ ਉਸ ਤੋਂ ਮਤਲਬ ਮਹਿੰਗਾ ਪਊਗਾ ਜਾਂ ਉਹਦੇ ਬਰਾਬਰ ਪਊਗਾ। ਕਾਂਗਰਸ ਸਾਹਿਬ ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ 'ਚ ਕਟੌਤੀ ਕੀਤੀ ਗਈ ਹੈ, ਜਿਹੜੇ ਸੁਰੱਖਿਆ ਕਰਮਚਾਰੀ ਉਹਨਾਂ ਨਾਲ ਤੈਨਾਤ ਸੀ, ਉਹਨਾਂ 'ਚੋਂ ਕੁਝ ਕਰਮਚਾਰੀ ਉਹਨਾਂ ਦੇ ਘਰ ਤੋਂ ਵਾਪਸ ਬੁਲਾ ਲਏ ਗਏ। ਦੇਖੋ, ਸਿਕਿਉਰਿਟੀ ਨੂੰ ਰਿਵਿਊ ਕਰਨਾ ਔਰ ਲਾਗੂ ਕਰਨਾ ਇਹ ਕੰਸਰਨ ਡਿਪਾਰਟਮੈਂਟ ਦਾ ਟਾਈਮ ਟੂ ਟਾਈਮ ਰੂਟੀਨ ਪ੍ਰਕਿਰਿਆ ਹੈ। ਤੇ ਮੈਨੂੰ ਲੱਗਦਾ ਹਾਲ ਫਿਲਹਾਲ ਉਹਨਾਂ ਨੇ ਦੇਖਿਆ ਹੋਊਗਾ ਕਿ ਇਸ ਟਾਈਮ ਨਹੀਂ ਜ਼ਰੂਰਤ ਹੋਊਗੀ, ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਸਿੱਧੂ ਸਾਹਿਬ ਦੀ ਸਿਕਿਉਰਿਟੀ ਨੂੰ ਲੈ ਕੇ, ਉਹਨਾਂ ਦੀ ਪਰਸਨਲ ਸਿਕਿਉਰਿਟੀ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਤਾਹੀ ਨਹੀਂ ਹੋ। ਡਾਕਟਰ ਸਾਹਿਬ ਇੱਕ ਸਵਾਲ ਹੋਰ ਹੈ, ਬੇਅੰਤ ਸਿੰਘ ਹੋਰਾਂ ਦਾ ਪਰਿਵਾਰ 1992 ਤੋਂ ਰਹਿ ਰਿਹਾ ਹੈ ਚੰਡੀਗੜ੍ਹ ਯੂਪੀ ਪੂਲ ਦੇ ਵਿੱਚ, ਉਹ ਖਾਲੀ ਕਰਨ ਦੇ ਹੁਕਮ ਦੇ ਦਿੱਤੇ। ਜਾਣਕਾਰੀ ਮਿਲੀ ਕਿ ਪੰਜਾਬ ਸਰਕਾਰ ਨੇ ਆਪਣੇ ਪੂਲ 'ਚੋਂ ਕੋਠੀ ਜਿਹੜੀ ਹੈ ਉਹ ਬੇਅੰਤ ਸਿੰਘ ਹੋਰਾਂ ਦੇ ਪਰਿਵਾਰ ਨੂੰ ਦੇਣ ਦੀ ਪੇਸ਼ਕਸ਼ ਕੀਤੀ ਹੈ ਜਾਂ ਮਨਜ਼ੂਰੀ? ਨਹੀਂ, ਮੈਨੂੰ ਇਹਦੇ ਬਾਰੇ ਹਜੇ ਕੋਈ ਜਾਣਕਾਰੀ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਸੋ ਮਲਵਿੰਦਰ ਕੰਗ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ, ਔਰ ਉਹਨਾਂ ਨੇ ਕੇਂਦਰ ਸਰਕਾਰ ਦੇ ਇੱਕ ਚਿੱਠੀ ਦਾ ਹਵਾਲਾ ਦਿੱਤਾ ਹੈ ਜਿਸ ਦੇ ਨਾਲ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਜਿਹੜੀ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ, ਇਸ ਵੇਲੇ ਮਿਲ ਰਹੀ ਹੈ, ਘੱਟ ਦਰਾਂ ਤੇ ਜਿਹੜੀ ਬਿਜਲੀ ਮਿਲ ਰਹੀ ਹੈ ਉਸ ਤੇ ਅਸਰ ਪਏਗਾ। ਕੋਲੇ ਦੀ ਸਪਲਾਈ ਦਾ ਮਸਲਾ ਬੇਸਿਕਲੀ ਉਹਨਾਂ ਨੇ ਚੁੱਕਿਆ ਹੈ। ਉਹ ਕਹਿ ਰਹੇ ਨੇ ਕਿ ਜਿਹੜਾ ਕੋਲਾ ਅਸੀਂ ਆਪਣੀ ਜਿਹੜੀ ਕੋਲ ਮਾਈਨ ਸ਼ੁਰੂ ਕੀਤੀ ਸੀਗੀ, ਪੰਜਾਬ ਦੀ ਕੋਲ ਮਾਈਨ, ਉਸ ਤੋਂ ਜਿਹੜਾ ਅਸੀਂ ਕੋਲਾ ਲੈ ਕੇ ਆ ਰਹੇ ਸੀ ਉਹ ਬਾਈ ਟ੍ਰੇਨ ਲੈ ਕੇ ਆ ਰਹੇ ਸੀਗੇ। ਹੁਣ ਸਰਕਾਰ ਕਹਿ ਰਹੀ ਹੈ, ਕੇਂਦਰ ਸਰਕਾਰ ਕਹਿ ਰਹੀ ਹੈ ਕਿ ਈਸਟਰਨ ਪਾਰਟ ਤੋਂ ਕੋਲਾ ਹੁਣ ਜਿਹੜਾ ਪਹਿਲਾਂ ਸ਼੍ਰੀਲੰਕਾ ਜਾਵੇਗਾ, ਉਸ ਤੋਂ ਬਾਅਦ ਗੁਜਰਾਤ ਦੇ ਮੁੰਦਰਾ ਪੋਰਟ ਤੇ ਜਾਵੇਗਾ ਤੇ ਉਸ ਤੋਂ ਬਾਅਦ ਪੰਜਾਬ ਆਵੇਗਾ।